ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਗਿਆਨ ਹਾਸਲ ਕਰਾਂਗੇ। ਭਾਈ ਮਨੀ ਸਿੰਘ ਜੀ ਦੀ ਬਹੁਪੱਖੀ ਸ਼ਖਸੀਅਤ ਦੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਥਾਂ ਹੈ। ਇੱਕ ਐਸੇ ਸਮੇਂ ਵਿੱਚ ਜਦੋਂ ਕਿ ਪੰਜਾਬ ਉੱਤੇ ਜਾਬਰ ਤੇ ਪਤਿਤ ਹਕੂਮਤ ਲੋਕਾਂ ਦੀ ਇਖਲਾਕੀ ਸ਼ਖਸੀਅਤ ਨੂੰ ਮਲੀਆਮੇਟ ਕਰਨ ਉੱਤੇ ਤੁਲੀ ਹੋਈ ਸੀ। ਜਦੋਂ ਇਸ ਤਰ੍ਹਾਂ ਦੇ ਸਰਕਾਰੀ ਹੁਕਮ ਜਾਰੀ ਹੋ ਚੁੱਕੇ ਸਨ ਕਿ ਕੋਈ ਬੰਦਾ ਗੁਰ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ, ਕਿਉਂਕਿ ਇਹ ਗੁਰ ਸ਼ਬਦ ਦੇ ਭਾਵ ਗੁਰੂ ਸ਼ਬਦ ਦੇ ਕਿਸੇ ਹੱਦ ਤੱਕ ਨੇੜੇ ਹੈ। ਜਦੋਂ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਸਨ, ਉਸ ਵਕਤ ਭਾਈ ਮਨੀ ਸਿੰਘ ਜੀ ਮਨੁੱਖੀ ਅਣਖ ਤੇ ਵਿਚਾਰਾਂ ਦੀ ਸੁਤੰਤਰਤਾ ਦੀ ਰੱਖਿਆ ਵਾਸਤੇ ਤੇ ਵੈਸ਼ੀ ਕਾਨੂੰਨ ਦੇ ਸਾਹਮਣੇ ਆਤਮਕ ਬਲ ਦੀ ਉੱਚਤਾ ਦਰਸਾਉਣ ਦੀ ਖਾਤਰ ਮੈਦਾਨ ਵਿੱਚ ਨਿਤਰਿਆ ਤੇ ਬੰਦ ਕਟਵਾ ਕੇ ਪਾਪ ਦੇ ਹਵਨ ਕੁੰਡ ਦੀ ਅਗਨੀ ਵਿੱਚ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਦਿੱਤੀ। ਇਸ ਤਰ੍ਹਾਂ ਖਿਆਲਾਂ ਦੀ ਆਜ਼ਾਦੀ ਤੇ ਧਰਮ ਦੀ ਰੱਖਿਆ ਦੇ ਇਤਿਹਾਸ ਵਿੱਚ ਭਾਈ ਮਨੀ ਸਿੰਘ ਦਾ ਦਰਜਾ ਦੁਨੀਆ ਦੇ ਮਹਾਨ ਯੋਧਿਆਂ ਵਿੱਚ ਮੰਨਿਆ ਜਾਣਾ ਚਾਹੀਦਾ ਹੈ। ਭਾਈ ਮਨੀ ਸਿੰਘ ਜੀ ਦਾ ਜਨਮ ਤਾਰੀਖ ਤੇ ਜਨਮ ਸਥਾਨ ਬਾਰੇ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਲਿਖਿਆ ਹੈ। ਸ਼ਹੀਦ ਬਿਲਾਸ ਦੇ ਲਿਖਾਰੀ ਉਹਨਾਂ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਜੀ ਦੇ ਘਰ 1 ਚੇਤਰ ਸੁਦੀ ਸੰਮਤ 1701 ਭਾਵ 10 ਮਾਰਚ 1644 ਈਸਵੀ ਨੂੰ ਮਾਤਾ ਮੱਧਰੀ ਬਾਈ ਉਹਨਾਂ ਦੀ ਕੁੱਖੋਂ ਪਿੰਡ ਅਲੀਪੁਰ ਵਿੱਚ ਹੋਇਆ। ਆਪਣੇ ਦਾਦਾ ਭਾਈ ਬੱਲੂ ਰਾਓ ਬੜੇ ਵੀਰ ਬਹਾਦਰ ਸਨ, ਜੋ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਹੀ ਤੁਰਕਾਂ ਨਾਲ ਜੰਗ ਕਰਦੇ ਹੋਏ 1634 ਈਸਵੀ ਨੂੰ ਅੰਮ੍ਰਿਤਸਰ ਵਿੱਚ ਸ਼ਹੀਦੀ ਪਾ ਗਏ ਸਨ। ਭਾਈ ਬੱਲੂ ਜੀ ਦੇ ਹੱਥ ਵਿੱਚ 12 ਸੇਰ ਵਜਨੀ ਭਾਰੀ ਭਰਕਮ ਬਰਛਾ ਹੁੰਦਾ ਸੀ, ਜਿਸ ਦੇ ਸਾਹਮਣੇ ਤੁਰਕ ਅੜ ਨਾ ਸਕਦੇ। ਭਾਈ ਮਾਈ ਦਾਸ ਜੀ ਦੇ 12 ਪੁੱਤਰ ਸਨ। ਇਨ੍ਹਾਂ ਵਿੱਚੋਂ ਕੇਵਲ ਇੱਕ ਭਾਈ ਅਮਰਚੰਦ ਜੀ ਨੂੰ ਛੱਡ ਕੇ ਬਾਕੀ ਸਾਰੇ 11 ਸ਼ਹੀਦ ਹੋਏ। ਇਨ੍ਹਾਂ 12 ਪੁੱਤਰਾਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1 ਭਾਈ ਜੇਠਾ ਜੀ, ਜੋ ਆਲੋਵਾਲ ਵਿਖੇ 11 ਅਕਤੂਬਰ 1711 ਨੂੰ ਸ਼ਹੀਦ ਹੋਏ। ਭਾਈ ਦਿਆਲਾ ਜੀ, ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ 11 ਨਵੰਬਰ 1675 ਨੂੰ ਦਿੱਲੀ ਵਿੱਚ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤੇ ਗਏ। ਭਾਈ ਮਨੀ ਸਿੰਘ ਜੀ, ਜੋ 24 ਜੂਨ 1734 ਨੂੰ ਲਾਹੌਰ ਵਿਖੇ ਸ਼ਹੀਦ ਕੀਤੇ ਗਏ। ਭਾਈ ਦਾਨ ਸਿੰਘ ਜੀ 17 ਦਸੰਬਰ 1704 ਨੂੰ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ। ਭਾਈ ਮਾਨ ਸਿੰਘ ਜੀ 3 ਅਪ੍ਰੈਲ 1708 ਨੂੰ ਚਿਤੌੜਗੜ੍ਹ ਵਿਖੇ ਸ਼ਹੀਦ ਹੋਏ। ਅਮਰਚੰਦ ਇਹ ਛੋਟੀ ਉਮਰੇ ਹੀ ਅਕਾਲ ਚਲਾਣਾ ਕਰ ਗਏ ਸਨ। ਭਾਈ ਰੂਪ ਸਿੰਘ 11 ਅਕਤੂਬਰ 1711 ਨੂੰ ਆਪਣੇ ਵੱਡੇ ਭਰਾ ਜੇਠਾ ਜੀ ਨਾਲ ਲਾਹੌਰ ਦੇ ਪਰਗਨੇ ਆਲੋਵਾਲ ਵਿਖੇ ਸ਼ਹੀਦ ਹੋਏ। ਭਾਈ ਜਗਤ ਸਿੰਘ ਜੀ 24 ਜੂਨ 1734 ਨੂੰ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੇ ਨਾਲ ਹੀ ਸ਼ਹੀਦ ਕੀਤੇ ਗਏ। ਭਾਈ ਸੋਹਣ ਚੰਦ 20 ਮਾਰਚ 1691 ਨੂੰ ਨਦੌਨ ਦੀ ਜੰਗ ਵਿਖੇ ਸ਼ਹੀਦ ਹੋਏ। ਭਾਈ ਲਹਿਣਾ ਜੀ 20 ਫਰਵਰੀ 1696 ਨੂੰ ਗੁਲੇਰ ਦੀ ਜੰਗ ਵਿਖੇ ਸ਼ਹੀਦ ਹੋਏ। ਭਾਈ ਰਾਏ ਸਿੰਘ ਜੀ 30 ਦਸੰਬਰ 1705 ਨੂੰ ਮੁਕਤਸਰ ਦੇ ਜੰਗ ਵਿੱਚ ਸ਼ਹੀਦ ਹੋਏ। ਭਾਈ ਹਠੀ ਚੰਦ ਜੀ 18 ਸਤੰਬਰ 1688 ਨੂੰ ਭੰਗਾਣੀ ਦੇ ਯੁੱਧ ਵਿਖੇ ਸ਼ਹੀਦ ਹੋਏ। ਸੋ ਸਰੋਤੇ ਇਹ ਸੁਣ ਕੇ ਗੌਰਵ ਮਹਿਸੂਸ ਕਰਨਗੇ ਕਿ ਭਾਈ ਮਨੀ ਸਿੰਘ ਜੀ ਸ਼ਹੀਦ ਸਿੱਖ ਪੰਥ ਦੇ ਕਿੰਨੇ ਮਹਾਨ ਵਿਅਕਤੀ ਹਨ, ਜਿਨ੍ਹਾਂ ਦਾ ਦਾਦਾ ਸ਼ਹੀਦ, 11 ਭਰਾ ਸ਼ਹੀਦ ਤੇ ਜਿਨ੍ਹਾਂ ਦੇ 10 ਪੁੱਤਰਾਂ ਵਿੱਚੋਂ 7 ਪੁੱਤਰ ਵੀ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ ਦੀ ਆਯੂ 13 ਵਰਸ ਦੀ ਹੋਈ ਤਾਂ ਉਹਨਾਂ ਦੇ ਪਿਤਾ ਮਾਈ ਦਾਸ ਜੀ ਉਹਨਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਹਿੱਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਏ। ਹੋਣਹਾਰ ਮਨੀਏ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਝੁਕਾਇਆ ਤਾਂ ਸਤਿਗੁਰਾਂ ਨੇ ਸੁੰਦਰ ਸਰੂਪ ਤੇ ਹੋਣਹਾਰ ਮਨੀਏ ਨੂੰ ਦੇਖ ਕੇ ਫਰਮਾਇਆ ਕਿ ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਜਗਤ ਵਿੱਚ ਪ੍ਰਸਿੱਧੀ ਹਾਸਲ ਕਰੇਗਾ। ਭਾਈ ਮਨੀ ਸਿੰਘ ਜੀ ਨੇ ਕੋਈ 2 ਕੁ ਵਰ੍ਹੇ ਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬਿਤਾਏ ਸਨ। ਲੰਗਰ ਦੇ ਜੂਠੇ ਬਰਤਨ ਮਾਂਜਣੇ ਤੇ ਮੁੱਖੋਂ ਹਰ ਵੇਲੇ ਗੁਰਬਾਣੀ ਦਾ ਜਾਪ ਕਰਦੇ ਰਹਿਣਾ ਮਨੀਏ ਦੀ ਨਿੱਤ ਦੀ ਕਾਰ ਸੀ। ਹੁਣ ਭਾਈ ਮਨੀ ਸਿੰਘ ਜੀ ਦੀ ਆਯੂ 15 ਵਰਸ ਦੀ ਹੋ ਚੁੱਕੀ ਸੀ। ਇਹਨਾਂ ਦੇ ਪਿਤਾ ਭਾਈ ਮਾਈ ਦਾਸ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਜੇ ਆਗਿਆ ਹੋਵੇ ਤਾਂ ਮਨੀ ਸਿੰਘ ਦਾ ਵਿਆਹ ਕਰਨ ਲਈ ਕੁਝ ਸਮੇਂ ਲਈ ਛੁੱਟੀ ਬਖਸ਼ੋ। ਆਗਿਆ ਪਾ ਕੇ ਭਾਈ ਮਨੀ ਸਿੰਘ ਜੀ ਪਿਤਾ ਸਮੇਤ ਆਪਣੇ ਘਰ ਵਾਪਸ ਅਲੀਪੁਰ ਆ ਗਏ। 15 ਵਰ੍ਹੇ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਾਦੀ ਭਾਈ ਲੱਖੀ ਰਾਏ ਵਣਜਾਰਾ ਉਹਨਾਂ ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਈ। ਇਹ ਭਾਈ ਲੱਖੀ ਸ਼ਾਹ ਵਣਜਾਰਾ ਉਹੀ ਹਨ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਸ਼ਹੀਦੀ ਸਮੇਂ
ਧੜ ਦਾ ਸੰਸਕਾਰ ਆਪਣੇ ਘਰ ਲਿਜਾ ਕੇ ਕੀਤਾ ਸੀ। ਲੱਖੀ ਰਾਏ ਉਸ ਸਮੇਂ ਭਾਰਤ ਵਿੱਚ ਇੱਕ ਵੱਡਾ ਵਪਾਰੀ ਸੀ। ਵਿਆਹ ਮਗਰੋਂ ਕੁਝ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਕੇ ਭਾਈ ਮਨੀ ਸਿੰਘ ਜੀ ਆਪਣੇ ਵੱਡੇ ਭਰਾਤਾ ਭਾਈ ਜੇਠਾ ਜੀ ਅਤੇ ਭਾਈ ਦਿਆਲਾ ਜੀ ਸਮੇਤ ਫਿਰ ਸ੍ਰੀ ਗੁਰੂ ਹਰਿਰਾਏ ਜੀ ਦੇ ਚਰਨਾਂ ਵਿੱਚ ਕੀਰਤਪੁਰ ਸਾਹਿਬ ਜਾ ਹਾਜ਼ਰ ਹੋਏ। ਭਾਈ ਮਨੀ ਸਿੰਘ ਦੇ ਮਨ ਵਿੱਚ ਸਦਾ ਇਹੀ ਚਾਅ ਬਣਿਆ ਰਹਿੰਦਾ ਕਿ ਮੇਰਾ ਸਾਰਾ ਜੀਵਨ ਗੁਰੂ ਸੇਵਾ ਕਰਦਿਆਂ ਬਤੀਤ ਹੋਵੇ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਮਨੀ ਸਿੰਘ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਤਤਪਰ ਰਹੇ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜਾਣ ਲਈ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਜੀ ਵੀ ਨਾਲ ਜਾਣ ਵਾਲੇ ਗੁਰਸਿੱਖਾਂ ਵਿੱਚੋਂ ਇੱਕ ਸਨ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 30 ਮਾਰਚ 1664 ਈਸਵੀ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਤਾਂ ਭਾਈ ਮਨੀ ਸਿੰਘ ਜੀ ਸਤਿਗੁਰਾਂ ਦੀ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿਖੇ ਬਕਾਲੇ ਪਿੰਡ ਵਿੱਚ ਆ ਹਾਜ਼ਰ ਹੋਏ। ਆਪਣੇ ਵੱਡੇ ਭਰਾ ਭਾਈ ਜੇਠਾ ਜੀ ਅਤੇ ਭਾਈ ਦਿਆਲਾ ਜੀ ਇਹ ਵੀ ਗੁਰੂ ਤੇਗ ਬਹਾਦਰ ਜੀ ਕੋਲ ਆਪ ਜੀ ਦੇ ਨਾਲ ਹੀ ਆਏ ਸਨ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਜੋ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ। ਜਦੋਂ ਕੁਝ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੰਨ ਵਿੱਚ ਸੇਵਾ ਕਰਦਿਆਂ ਲੰਘ ਗਿਆ ਤਾਂ ਆਗਿਆ ਪਾ ਕੇ ਆਪ ਆਪਣੇ ਪਿੰਡ ਅਲੀਪੁਰ ਵਾਪਸ ਆ ਗਏ। ਕੁਝ ਸਮਾਂ ਘਰ ਬਿਤਾਇਆ ਅਤੇ ਵਿਸਾਖੀ ਦੇ ਮੌਕੇ ਫਿਰ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਆ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਉੱਥੇ ਪੂਰਬ ਦੇ ਇਲਾਕਿਆਂ ਧਰਮ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਪਰਤੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਅਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ। ਜਦੋਂ ਕਸ਼ਮੀਰ ਦੇ ਮੁਖੀ ਪੰਡਤਾਂ ਦੀ ਫਰਿਆਦ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਵਿਖੇ ਚਾਲੇ ਪਾਏ ਤਾਂ ਭਾਈ ਜੇਠਾ ਜੀ ਅਤੇ ਭਾਈ ਮਨੀ ਸਿੰਘ ਆਦਿ ਗੁਰਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਠਹਿਰੇ ਅਤੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਗ੍ਰਿਫਤਾਰ ਕੀਤੇ ਗਏ। ਉੱਥੇ ਭਾਈ ਲੱਖੀ ਸ਼ਾਹ, ਭਾਈ ਆਗਿਆ ਰਾਮ ਅਤੇ ਭਾਈ ਨਗਾਈਆ ਆਦਿ ਗੁਰਸਿੱਖ ਉਹਨਾਂ ਨੂੰ ਮਿਲੇ, ਜਿਨ੍ਹਾਂ ਨੇ ਭਾਈ ਨਾਨੂ ਸਿੰਘ ਜੀ ਦੇ ਘਰ ਪਹੁੰਚ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਧੜ ਅਤੇ ਪਾਵਨ ਸੀਸ ਦੀ ਸੇਵਾ ਸੰਭਾਲ ਦੀ ਸੁਚੱਜੀ ਵਿਉਂਤ ਬਣਾਈ। ਦਸਮ ਪਾਤਸ਼ਾਹ ਦੇ ਹਜ਼ੂਰ ਰਹਿਣ ਵਾਲੇ ਭਾਈ ਮਨੀ ਸਿੰਘ ਜੀ ਦੀ ਆਯੂ ਜਦੋਂ 35 ਬਰਸ ਦੀ ਹੋਈ ਤਾਂ ਆਪ ਪੜ੍ਹਨ ਪੜ੍ਹਾਉਣ ਅਤੇ ਲਿਖਣ ਲਿਖਾਉਣ ਵਾਲੇ ਵਿਦਵਾਨ ਬਣ ਗਏ। ਭਾਈ ਮਨੀ ਸਿੰਘ ਜੀ ਜਿੱਥੇ ਬਾਣੀ ਦੇ ਉਤਾਰੇ ਕਰਦੇ ਕਰਾਉਂਦੇ ਸਨ ਉੱਥੇ ਜੰਗਾਂ ਯੁੱਧਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। 1685 ਨੂੰ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ ਗੁਰੂ ਜੀ ਨਾਲ ਨਾਹਨ ਪਧਾਰੇ। ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਹਨ ਪਧਾਰੇ। ਉਸ ਤੋਂ ਬਾਅਦ ਸੰਨ 1688 ਵਿੱਚ ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਵਿਖਾਈ। ਇਸੇ ਜੰਗ ਵਿੱਚ ਆਪ ਦੇ ਭਰਾ ਭਾਈ ਹੱਠੀ ਚੰਦ ਜੀ ਸ਼ਹੀਦੀ ਪਾ ਗਏ। 1 ਮਹੀਨਾ ਪਾਉਂਟਾ ਸਾਹਿਬ ਵਿਖੇ ਰਹਿਣ ਪਿੱਛੋਂ ਭਾਈ ਮਨੀ ਸਿੰਘ ਜੀ ਦਸ਼ਮੇਸ਼ ਜੀ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ। ਇੱਥੇ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਨਿੱਤ ਦੀ ਕਿਰਿਆ ਇਸ ਪ੍ਰਕਾਰ ਸੀ। ਸਵਾ ਪਾ ਪਹਿਰ ਰਾਤ ਰਹਿੰਦੀ ਉੱਠ ਜਾਗਣਾ, ਇਸ਼ਨਾਨ ਪਾਣੀ ਤੋਂ ਬਾਅਦ ਸਾਵਧਾਨ ਹੋ ਕੇ ਬਾਣੀ ਦਾ ਜਾਪ ਕਰਨਾ, ਫਿਰ ਗੁਰੂ ਜੀ ਦੀ ਚਰਨ ਛੰਨ ਆ ਕੇ ਮੱਥਾ ਟੇਕਣਾ, ਸਾਰਾ ਦਿਨ ਸੇਵਾ ਕਰਨੀ ਅਤੇ ਹਰ ਸਮੇਂ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਹੁਕਮਾਂ ਦੀ ਪਾਲਣਾ ਕਰਨੀ। ਜਦੋਂ ਸੰਨ 1690 ਈਸਵੀ ਨੂੰ ਨਦੌਨ ਦੀ ਜੰਗ ਵਿੱਚ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਪੁਕਾਰਿਆ ਤਾਂ ਉਸ ਦੀ ਸਹਾਇਤਾ ਲਈ ਭਾਈ ਮਨੀ ਸਿੰਘ ਅਤੇ ਹੋਰ ਵੀਰ ਬਹਾਦਰ ਗੁਰਸਿੱਖਾਂ ਨੂੰ ਲੈ ਕੇ ਗੁਰੂ ਸਾਹਿਬ ਆ ਪਹੁੰਚੇ। ਗੁਰੂ ਸਾਹਿਬ ਦੀ ਫਤਿਹ ਹੋਈ ਨਦੌਨ ਦੀ ਜੰਗ ਵਿੱਚ ਭਾਈ ਸਾਹਿਬ ਦੀ ਸੂਰਮਗਤੀ ਦੇ ਅਤੇ ਗੁਰੂ ਸਿਦਕ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ਦੀਵਾਨ ਦੀ ਪਦਵੀ ਬਖਸ਼ੀ। ਅਨੰਦਪੁਰ ਸਾਹਿਬ ਵਿਖੇ ਰਹਿ ਕੇ ਭਾਈ ਸਾਹਿਬ ਜੀ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਤਤਪਰ ਰਹਿੰਦੇ ਸਨ। 1699 ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਜੀ ਨੇ ਖਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਜੀ ਨੇ ਵੀ ਖੰਡੇ ਬਾਟੇ ਦੀ ਪਹੁਲ ਛਕੀ ਅਤੇ ਮਣੀਏ ਤੋਂ ਭਾਈ ਮਨੀ ਸਿੰਘ ਜੀ ਸੱਜ ਗਈ। ਭਾਈ ਮਨੀ ਸਿੰਘ ਜੀ ਨੇ ਇਸੇ ਦਿਨ ਆਪਣੇ 5 ਸਪੁੱਤਰ ਬਚਿੱਤਰ ਸਿੰਘ, ਉਦੇ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ ਸਤਿਗੁਰਾਂ ਦੀ ਭੇਟ ਕੀਤੀ। 5 ਸਪੁੱਤਰਾਂ ਨੂੰ ਵੀ ਖੰਡੇ ਦੀ ਅੰਮ੍ਰਿਤ ਦੀ ਦਾਤ ਦਿੱਤੀ ਗਈ। ਭਾਈ ਸਾਹਿਬ ਦੇ ਭਰਾਵਾਂ ਰਾਏ ਸਿੰਘ, ਰੂਪ ਸਿੰਘ, ਮਾਨ ਸਿੰਘ ਆਦਿ ਨੇ ਵੀ ਖੰਡੇ ਦੀ ਪਹੁਲ ਲਈ। ਭਾਈ ਸਾਹਿਬ ਦੇ 10 ਪੁੱਤਰਾਂ ਵਿੱਚੋਂ 7 ਪੁੱਤਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਆਪਣੀ ਸ਼ਸਤਰ ਕੁਸ਼ਲਤਾ ਕਰਕੇ ਭਾਈ ਮਨੀ ਸਿੰਘ ਸਮਕਾਲੀਆਂ ਵਿੱਚ ਇੱਕ ਪ੍ਰਮੁੱਖ ਯੋਧਾ ਮੰਨਿਆ ਜਾਂਦਾ ਸੀ। ਉਸ ਨੂੰ ਗੁਰੂ ਸਾਹਿਬ ਦਾ ਦੀਵਾਨ ਹੋਣ ਦੀ ਹੈਸੀਅਤ ਵਿੱਚ ਅਨੇਕ ਮਾਲੀ, ਸਿਆਸੀ ਅਤੇ ਪ੍ਰਬੰਧਕੀ ਮਸਲਿਆਂ ਵੱਲ ਧਿਆਨ ਦੇਣਾ ਪੈਂਦਾ ਸੀ।
ਫਿਰ ਵੀ ਭਾਈ ਸਾਹਿਬ ਇੰਨਾ ਸਮਾਂ ਕੱਢ ਲੈਂਦੇ ਸਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਗਿਆਨੀ ਬਣ ਜਾਣ। ਉਹ ਹਰ ਰੋਜ਼ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਉਂਦੇ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦੀ ਜੋ ਕਥਾ ਕਰਨ ਦਾ ਤਰੀਕਾ ਇੰਨਾ ਸਫਲ ਹੋਇਆ ਕਿ ਭਾਈ ਮਨੀ ਸਿੰਘ ਜੀ ਦੇ ਨਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਇੱਕ ਸੰਪਰਦਾਇ ਪ੍ਰਚਲਿਤ ਹੋ ਗਈ, ਜਿਸ ਨੂੰ ਗਿਆਨੀ ਸੰਪਰਦਾਇ ਵੀ ਕਿਹਾ ਜਾਂਦਾ ਹੈ। ਭਾਈ ਸਾਹਿਬ ਨੂੰ ਇਸੇ ਵਿਦਵਤਾ ਤੇ ਗਿਆਨ ਦਾ ਸਦਕਾ ਗੁਰੂ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕੀਤਾ। ਭਾਈ ਮਨੀ ਸਿੰਘ ਜੀ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲ ਲੈਣ ਨਾਲ ਸੰਗਤ ਦਿਨ ਦੂਣੀ ਰਾਤ ਚੌਗਣੀ ਵੱਧਦੀ ਗਈ। ਮੀਨਿਆਂ ਦਾ ਬਲ ਘਟਦਾ ਗਿਆ। ਨਿੱਤਾ ਪ੍ਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਹੋਣ ਲੱਗੀ। ਅਕਾਲ ਬੁੰਗੇ ਵਿਖੇ ਦੀਵਾਨ ਸਜਣ ਲੱਗੇ। ਭਾਈ ਸਾਹਿਬ ਦਸ਼ਮੇਸ਼ ਜੀ ਦੇ ਬਖਸ਼ੇ ਅੰਮ੍ਰਿਤ ਦੀ ਰਹਿਤ ਮਰਿਆਦਾ ਸੰਗਤ ਨੂੰ ਦ੍ਰਿੜ ਕਰਵਾਉਂਦੇ, ਜਿਸ ਸਦਕਾ ਪਿੰਡਾਂ ਵਿੱਚੋਂ ਨਵੇਂ ਲੋਕ ਆ ਕੇ ਸਿੰਘ ਸਜਣ ਲੱਗੇ ਤੇ ਵਾਪਸ ਪਿੰਡਾਂ ਵਿੱਚ ਜਾ ਕੇ ਹੋਰਨਾਂ ਨੂੰ ਸਿੰਘ ਸਜਣ ਦੀ ਪ੍ਰੇਰਨਾ ਦਿੰਦੇ। ਭਾਈ ਮਨੀ ਸਿੰਘ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਕਈ ਵਾਰ ਦਰਸ਼ਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਤੇ ਹਰਿਮੰਦਰ ਸਾਹਿਬ ਦੇ ਉੱਥੋਂ ਦੇ ਸਿੱਖੀ ਹਾਲਾਤ ਤੋਂ ਸ਼੍ਰੀ ਗੁਰੂ ਸਾਹਿਬ ਜੀ ਨੂੰ ਜਾਣੂ ਕਰਵਾਉਂਦੇ ਸਨ। 1 ਸਤੰਬਰ 1700 ਈਸਵੀ ਨੂੰ ਹਾਥੀ ਨਾਲ ਲੜਨ ਵਾਲੀ ਜੰਗ ਵਿੱਚ ਜਿੱਥੇ ਆਪ ਦੇ ਦੋਹਾਂ ਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਉਦੈ ਸਿੰਘ ਨੂੰ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਵਿੱਚ ਮੁਕਾਬਲੇ ਤੇ ਭੇਜਿਆ ਸੀ, ਉੱਥੇ ਆਪ ਨੂੰ ਵੀ ਸੱਦ ਕੇ ਤੋਰਿਆ ਸੀ। ਅੰਮ੍ਰਿਤ ਦੀ ਪਹਿਲੀ ਰਸਮ ਅਦਾ ਹੋਣ ਤੋਂ ਬਾਅਦ ਇਹ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਸੀ, ਜਿਸ ਵਿੱਚ ਤਿੰਨੇ ਪਿਓ ਪੁੱਤਰ ਸ਼ਾਮਲ ਹੋਏ। ਰਾਜਾ ਅਜਮੇਰ ਚੰਦ ਤੇ ਉਸਦੇ ਸਾਥੀਆਂ ਦੀਆਂ ਸੁਗੰਧਾਂ ਕਿ ਹੁਣ ਅਸੀਂ ਘਰ ਜਾਣ ਜੋਗੇ ਹੋ ਜਾਈਏ, ਇੱਕ ਵਾਰੀ ਅਨੰਦਪੁਰ ਸਾਹਿਬ ਦਾ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿਓ, ਫਿਰ ਭਾਵੇਂ ਕਦੋਂ ਆ ਜਾਇਓ। ਸਤਿਗੁਰਾਂ ਉਹਨਾਂ ਦੀ ਅਧੀਨਗੀ ਨੂੰ ਵੇਖ ਕੇ ਭਾਈ ਮਨੀ ਸਿੰਘ ਆਦਿ ਯੋਧਿਆਂ ਸਮੇਤ ਕੀਰਤਪੁਰ ਲੰਘ ਕੇ ਨਿਰਭਉਗੜ੍ਹ ਦੇ ਕਿਲ੍ਹੇ ਉੱਤੇ ਆ ਡੇਰਾ ਲਗਾ ਦਿੱਤਾ। ਰਾਜਾ ਅਜਮੇਰ ਚੰਦ ਜੋ ਮੌਕਾ ਤਾੜ ਸੀ, ਸੌਵਾਂ ਸੁਗੰਧਾਂ ਨੂੰ ਇੱਕ ਪਾਸੇ ਰੱਖ ਕੇ ਵਜ਼ੀਰ ਖਾਨ ਸਰਹੰਦ ਨੂੰ ਮਿਲ ਕੇ ਰੁਸਤਮ ਖਾਨ ਨੂੰ ਚੜ੍ਹਾ ਲਿਆਇਆ। ਭਾਈ ਸਾਹਿਬ ਦੇ ਤਕਰੀਬਨ ਸਾਰੇ ਹੀ ਪੁੱਤਰ ਇਸ ਧਰਮੀ ਯੁੱਧ ਵਿੱਚ ਅਗਲੀ ਕਤਾਰ ਵਿੱਚ ਹੋ ਕੇ ਲੜੇ। ਇੱਥੋਂ ਮਾਲੂਮ ਹੁੰਦਾ ਕਿ ਭਾਈ ਸਾਹਿਬ ਤੇ ਉਹਨਾਂ ਦੇ ਪੁੱਤਰਾਂ ਦੀ ਕਾਰਗੁਜ਼ਾਰੀ ਤੋਂ ਗੁਰੂ ਸਾਹਿਬ ਨੂੰ ਅਪਾਰ ਤਸੱਲੀ ਤੇ ਖੁਸ਼ੀ ਸੀ, ਜਿਸ ਸਦਕਾ ਗੁਰੂ ਜੀ ਨੇ 1703 ਈਸਵੀ ਵਿੱਚ ਇੱਕ ਉਚੇਚਾ ਹੁਕਮਨਾਮਾ ਬਖਸ਼ ਕੇ ਉਹਨਾਂ ਨੂੰ ਨਿਵਾਜਿਆ ਸੀ। 1761 ਬਿਕਰਮੀ ਦੀ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਦਿੱਲੀ ਪਹੁੰਚਾਉਣ ਵਿੱਚ ਸਫਲ ਹੋ ਗਏ ਸਨ। ਮਗਰੋਂ ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਤੇ ਸੰਗਤ ਸਮੇਤ ਗੁਰੂ ਜੀ ਦੇ ਹਜ਼ੂਰ ਆ ਹਾਜ਼ਰ ਹੋਏ। ਇੱਥੇ ਦਮਦਮਾ ਸਾਹਿਬ ਵਿਖੇ ਹੀ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਤੋਂ ਆਦ ਬੀੜ ਮੁੜ ਲਿਖਵਾਈ, ਜਿਸ ਵਿੱਚ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸੇ ਦਮਦਮੀ ਬੀੜ ਨੂੰ ਹੀ ਮਗਰੋਂ ਨਾਂਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ। ਜਦੋਂ ਸਤਿਗੁਰ ਦੱਖਣ ਨੂੰ ਚਲੇ ਗਏ ਤਾਂ ਭਾਈ ਮਨੀ ਸਿੰਘ ਜੀ ਮਾਤਾਵਾਂ ਨਾਲ ਦਿੱਲੀ ਰਹੇ ਅਤੇ ਫਿਰ ਮਾਤਾ ਸੁੰਦਰ ਕੌਰ ਜੀ ਦੇ ਹੁਕਮ ਅਨੁਸਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਨਿਯੁਕਤ ਕੀਤੇ ਗਏ। ਇਹ ਜ਼ਿਕਰ ਉਦੋਂ ਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠ ਖਾਲਸੇ ਨੇ ਸਰਹੰਦ ਫਤਿਹ ਕੀਤੀ ਸੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਵਜ਼ੀਰ ਖਾਨ ਨੂੰ ਆਪਣੇ ਕੀਤੇ ਦੀ ਸਜ਼ਾ ਦਿੱਤੀ ਸੀ। 1710 ਈਸਵੀ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਲੋਹਗੜ੍ਹ ਦੇ ਕਿਲ੍ਹੇ ਵਿੱਚੋਂ ਨਿਕਲ ਜਾਣ ਸਫਲ ਹੋ ਗਏ ਤਾਂ ਬਾਦਸ਼ਾਹੀ ਫੌਜਾਂ ਨੇ ਕਿਲ੍ਹਾ ਫਤਿਹ ਕਰ ਲਿਆ ਸੀ ਤਾਂ ਹਕੂਮਤ ਨੇ ਖਾਲਸਾ ਲਹਿਰ ਨੂੰ ਦਬਾਉਣ ਲਈ ਪੂਰਾ ਜ਼ੋਰ ਲਗਾਇਆ। ਇਸ ਦਾ ਅਸਰ ਗੁਰੂ ਕੀ ਨਗਰੀ ਅੰਮ੍ਰਿਤਸਰ 'ਤੇ ਵੀ ਪਿਆ। ਭਾਈ ਮਨੀ ਸਿੰਘ ਜੀ ਦਾ ਸਭ ਸਾਥ ਛੱਡ ਗਏ, ਪਰ ਇਹ ਨਿਰਭੈ ਨਿਰਮਾਨ ਤੇ ਨਿਸ਼ਕਾਮ ਸੇਵਕ ਕੋ ਸੇਵਾ ਬਣਾਈ ਦੀ ਸ਼ੁਭ ਭਾਵ ਨੂੰ ਸਮਝਦੇ ਹੋਏ ਗੁਰਦਰਬਾਰ ਸ਼੍ਰੀ ਅੰਮ੍ਰਿਤਸਰ ਦੀ ਸੇਵਾ ਤੇ ਡਟੇ ਰਹੇ। ਉਧਰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੇਰ ਕੇ ਫੜ ਲਿਆ ਗਿਆ ਤੇ ਸਿੰਘਾਂ ਸਮੇਤ ਫੜ ਕੇ ਦਿੱਲੀ ਵਿੱਚ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਮਗਰੋਂ ਖਾਲਸਾ 2 ਹਿੱਸਿਆਂ ਵਿੱਚ ਵੰਡਿਆ ਗਿਆ, ਬੰਦਈ ਖਾਲਸਾ ਤੇ ਤੱਤ ਖਾਲਸਾ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਮਗਰੋਂ ਸ਼ਰਧਾਵਸ ਕਈ ਸਿੰਘਾਂ ਨੇ ਬਾਬਾ ਬੰਦਾ ਸਿੰਘ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਆਪ ਨੂੰ ਬੰਦਈ ਖਾਲਸਾ ਖਵਾਉਂਦੇ ਸਨ। ਇਹਨਾਂ ਦਾ ਆਗੂ ਅਮਰ ਸਿੰਘ ਸੀ। ਇਸ ਨੇ ਆਪਣਾ ਵੱਖਰਾ ਪੰਥ ਚਲਾ ਲਿਆ ਸੀ ਤੇ ਬੰਦਈਆਂ ਨੂੰ ਨੀਲੇ ਰੰਗ ਦੇ ਕੱਪੜੇ ਪਾਉਣ ਤੋਂ ਮਨਾ ਕਰਕੇ ਸੂਹੇ ਰੰਗ ਦੇ ਵਸਤਰ ਪਾਉਣ ਦੇ ਹੁਕਮ ਦਿੰਦਾ ਸੀ। ਇਹ ਮਹੰਤ ਸਿੱਖਾਂ ਨੂੰ ਕਹਿੰਦਾ ਸੀ ਕਿ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ 11ਵਾਂ ਗੁਰੂ ਥਾਪਿਆ ਹੈ।
ਬੰਦਈ ਇੱਕ ਦੂਜੇ ਨੂੰ ਮਿਲਣ ਸਮੇਂ ਫਤਿਹ ਦਰਸ਼ਨ ਬੁਲਾਉਂਦੇ ਸਨ। ਪਰ ਦੂਜੇ ਪਾਸੇ ਤੱਤ ਖਾਲਸਾ ਜੋ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਸੀ, ਇਹਨਾਂ ਨੇ ਤੱਤ ਖਾਲਸਾ ਵੱਲੋਂ ਬਾਬਾ ਵਿਨੋਦ ਸਿੰਘ ਦੇ ਪੁੱਤਰ ਬਾਬਾ ਕਾਹਨ ਸਿੰਘ ਨੇ ਦੀਵਾਲੀ ਦਾ ਇਕੱਠ ਕਰਨੀ ਹਕੂਮਤ ਕੋਲੋਂ ਆਗਿਆ ਪਹਿਲਾਂ ਹੀ ਲੈ ਲਈ ਸੀ। ਦੋਵੇਂ ਧਿਰਾਂ ਅੰਮ੍ਰਿਤਸਰ ਪੁੱਜੀਆਂ ਤੇ ਜਾਇਜ਼ ਵਾਰਸ ਤੇ ਪ੍ਰਬੰਧਕ ਸਾਬਤ ਕਰਨ ਲਈ ਲੜਾਈ ਤੱਕ ਤਿਆਰ ਹੋ ਗਈਆਂ। ਜੁੜੀ ਸਿੱਖ ਸੰਗਤ ਨੇ ਦੋਵਾਂ ਧਿਰਾਂ ਨੂੰ ਦੀਵਾਲੀ 'ਤੇ ਝਗੜਾ ਨਾ ਕਰਨ ਦੀ ਗੱਲ ਮਨਾ ਲਈ। ਦੀਵਾਲੀ ਉਪਰੰਤ ਸਿੱਖਾਂ ਨੇ ਮਾਤਾ ਸੁੰਦਰੀ ਜੀ ਨੂੰ ਕਿਹਾ ਕਿ ਸਾਰੇ ਖਤਰਿਆਂ ਤੋਂ ਜਾਣੂ ਕਰਾਇਆ ਤੇ ਕਿਹਾ ਕਿ ਇਹਨਾਂ ਦਾ ਝਗੜਾ ਨਿਬੇੜਿਆ ਜਾਏ। ਮਾਤਾ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਭਾਈ ਮਨੀ ਸਿੰਘ ਜੀ ਨੂੰ ਇਹ ਮਸਲਾ ਸੁਲਝਾਉਣ ਦਾ ਕਾਰਜ ਸੌਂਪਿਆ। ਭਾਈ ਮਨੀ ਸਿੰਘ ਜੀ ਨੇ ਦੇਖ ਲਿਆ ਸੀ ਕਿ ਜੇ ਇਹ ਫੁੱਟ ਦਾ ਯੋਗ ਪ੍ਰਬੰਧ ਨਾ ਕੀਤਾ ਤਾਂ ਇਹ ਲਾਵਾ ਫਟ ਕੇ ਪੰਥ ਨੂੰ 2 ਹਿੱਸਿਆਂ ਵਿੱਚ ਕਰ ਦੇਵੇਗਾ। ਤਾਂ ਇਸ ਲਈ ਭਾਈ ਮਨੀ ਸਿੰਘ ਜੀ ਨੇ ਇੱਕ ਤਜਵੀਜ਼ ਸੁਝਾਈ ਕਿ ਪੰਥ ਦਾ ਵਾਰਸ ਕੌਣ ਹੈ, ਇਸ ਦਾ ਫੈਸਲਾ ਕਰਨ ਲਈ ਹਰ ਕੀ ਪੌੜੀ ਵਿਖੇ ਪਰਚੀਆਂ ਪਾਈਆਂ ਜਾਣ। ਸੋ ਦੋਵੇਂ ਧਿਰਾਂ ਮੰਨ ਗਈਆਂ। ਭਾਈ ਮਨੀ ਸਿੰਘ ਜੀ ਨੇ ਇੱਕ ਚਿੱਟ 'ਤੇ ਬੰਦਈ ਖਾਲਸੇ ਦਾ ਜੰਗੀ ਨਾਰਾ ਫਤਿਹ ਦਰਸ਼ਨ ਤੇ ਦੂਜੇ ਉੱਤੇ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਰ ਕੀ ਪੌੜੀ ਵਿਖੇ ਸੁੱਟ ਦਿੱਤੀਆਂ। ਅੰਮ੍ਰਿਤ ਸਰੋਵਰ ਜਦੋਂ ਸੁੱਟੀਆਂ ਤਾਂ ਫੈਸਲਾ ਹੋ ਗਿਆ ਕਿ ਜਿਸ ਦੀ ਪਰਚੀ ਪਹਿਲਾਂ ਤਰ ਕੇ ਆਵੇਗੀ ਉਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮਿੱਥ ਲਿਆ ਜਾਏਗਾ। ਕਰਨਾ ਕੁਦਰਤ ਦਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉੱਪਰ ਆ ਕੇ ਤਰਨ ਲੱਗ ਪਈ। ਪੰਥ ਨੇ ਜੈਕਾਰੇ ਛੱਡੇ ਤੇ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਵਿੱਚ ਪੈਣ ਨਾਲ ਤੇ ਸਿਆਣਪ ਨਾਲ ਇਹ ਝਗੜਾ ਅਮਨ ਸਹਿਤ ਨਜਿੱਠਿਆ ਗਿਆ ਤੇ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਣੋਂ ਬਚ ਗਿਆ। ਇਸ ਤਰ੍ਹਾਂ ਬਹੁਤ ਸਾਰੇ ਬੰਧਈਆਂ ਨੇ ਤੱਤ ਖਾਲਸਾ 'ਚ ਅਭੇਦ ਹੋਣ ਦਾ ਐਲਾਨ ਕਰਤਾ, ਪਰ ਅਮਰ ਸਿੰਘ ਮਹੰਤ ਤੇ ਲਾਹੌਰਾ ਸਿੰਘ ਨੇ ਇਹ ਫੈਸਲਾ ਸੁਣ ਕੇ ਕਿਹਾ ਕਿ ਉਹ ਕਿਸੇ ਵੀ ਸ਼ਕਲ ਵਿੱਚ ਇਹ ਫੈਸਲਾ ਨਹੀਂ ਮੰਨਣਗੇ। ਫਿਰ ਉਹਨਾਂ ਨੇ ਤਾਕਤ ਅਜਮਾਈ ਦੀ ਵੀ ਗੱਲ ਕੀਤੀ। ਸਿੱਖਾਂ ਨੇ ਹੁਣ ਖਾਲਸਾ ਜੀ ਕੋਲੋਂ ਰਿਹਾ ਨਾ ਗਿਆ ਤਾਂ ਉਹਨਾਂ ਬੰਦਈਆਂ ਨੂੰ ਮਾਰ ਕੇ ਦਰਬਾਰ ਸਾਹਿਬ ਤੋਂ ਬਾਹਰ ਧਕੇਲ ਦਿੱਤਾ। ਇਸੇ ਲੜਾਈ ਝਗੜੇ ਵਿੱਚ ਮਹੰਤ ਅਮਰ ਸਿੰਘ ਵੀ ਮਾਰਿਆ ਗਿਆ ਤੇ ਤੱਤ ਖਾਲਸੇ ਦਾ ਦਰਬਾਰ ਸਾਹਿਬ ਉੱਪਰ ਕਬਜ਼ਾ ਹੋ ਗਿਆ। ਭਾਈ ਮਨੀ ਸਿੰਘ ਦੀ ਸੁਚੱਜੀ ਅਗਵਾਈ ਨੇ ਵਿਖੜੇ ਸਮੇਂ ਸਿੱਖਾਂ ਵਿੱਚ ਏਕਤਾ ਕਰਾ ਦਿੱਤੀ। ਸਿੱਖਾਂ ਨੂੰ ਜਥੇਬੰਦੀ ਮਜ਼ਬੂਤ ਕਰਨ ਦੇ ਮੌਕੇ ਮਿਲ ਗਏ। ਸਿੱਖਾਂ ਦਾ ਇਹ ਇਕੱਠ ਚੌਧਰੀਆਂ ਫੌਜਦਾਰਾਂ ਨੂੰ ਇੱਕ ਅੱਖ ਨਹੀਂ ਸੀ ਪਾਉਂਦਾ। ਦੀਵਾਲੀ ਤੇ ਵਿਸਾਖੀ ਦੇ ਇਕੱਠ ਵਿੱਚੋਂ ਆਪਣੀ ਮੌਤ ਛੁਪੀ ਦੇਖਦੇ ਸਨ। ਭਾਈ ਮਨੀ ਸਿੰਘ ਜੀ ਅੰਮ੍ਰਿਤ ਪ੍ਰਚਾਰ ਕਰਕੇ ਸਿੱਖਾਂ ਦੀ ਗਿਣਤੀ ਵਧਾ ਰਹੇ ਸਨ। ਇਹ ਭਾਈ ਮਨੀ ਸਿੰਘ ਜੀ ਦਾ ਪ੍ਰਚਾਰ ਹੀ ਸੀ ਜਿਸ ਨੇ ਸਿੱਖ ਕੌਮ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਸੀ। ਹੁਣ ਭਾਈ ਮਨੀ ਸਿੰਘ ਜੀ ਦੀ ਆਯੂ 90 ਸਾਲ ਦੀ ਹੋ ਚੁੱਕੀ ਸੀ। ਉਹਨਾਂ ਹੋਰ ਮੁਖੀ ਸਿੰਘਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਆਉਂਦੀ ਦੀਵਾਲੀ ਦੇ ਸਮੇਂ ਦੀਪਮਾਲਾ ਦਾ ਮੇਲਾ ਸ਼੍ਰੀ ਅੰਮ੍ਰਿਤਸਰ ਵਿਖੇ ਲਗਾਇਆ ਜਾਵੇ ਤਾਂ ਜੋ ਦੂਰੋਂ ਦੂਰ ਸਿੱਖ ਸੰਗਤਾਂ ਆਪਸ ਵਿੱਚ ਮਿਲ ਕੇ ਪੰਥ ਦੇ ਹਾਲਾਤ ਤੋਂ ਜਾਣੂ ਹੋ ਸਕਣ ਤੇ ਪੰਥ ਦੀ ਚੜ੍ਹਦੀ ਕਲਾ ਲਈ ਇਕੱਠ ਸਹਾਈ ਹੋ ਸਕੇ। ਲਾਹੌਰ ਵਿੱਚ ਰਹਿੰਦੇ ਭਾਈ ਸੁਭੇਗ ਸਿੰਘ, ਸੂਰਜ ਸਿੰਘ ਆਦਿ ਗੁਰਸਿੱਖਾਂ ਨੇ ਮਿਲ ਕੇ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨਾਲ ਮੇਲਾ ਲਗਾਉਣ ਬਾਰੇ ਗੱਲਬਾਤ ਕੀਤੀ। ਸੂਬੇ ਨੇ ਲਾਹੌਰੀ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਲੇ ਸਮੇਂ ਕਿਸੇ ਕਿਸਮ ਦਾ ਝਗੜਾ ਨਹੀਂ ਹੋਵੇਗਾ ਤੇ ਜ਼ਕਰੀਆ ਖਾਨ ਨੇ 10,000 ਟਕੇ ਇਸ ਮੇਲੇ ਦਾ ਟੈਕਸ ਮੰਗਿਆ, ਜੋ ਮੇਲੇ ਮਗਰੋਂ ਭਾਈ ਮਨੀ ਸਿੰਘ ਜੀ ਨੇ ਦੇਣਾ ਪ੍ਰਵਾਨ ਕਰ ਲਿਆ। ਮੇਲਾ 10 ਦਿਨ ਤੱਕ ਲਗਾਉਣ ਦੀ ਇਜਾਜ਼ਤ ਮਿਲੀ। ਦੂਰ ਦਰਾਡੇ ਸਿੰਘਾਂ ਨੂੰ ਅੰਮ੍ਰਿਤਸਰ ਇਕੱਤਰ ਹੋਣ ਲਈ ਭਾਈ ਮਨੀ ਸਿੰਘ ਨੇ ਸੁਨੇਹੇ ਭੇਜ ਦਿੱਤੇ। ਉੱਧਰ ਲਾਹੌਰ ਵਿਖੇ ਸਿੱਖ ਪੰਥ ਦੇ ਧਰੋਹੀ ਹਰਭਗਤ ਨਿਰੰਜਨੀਆ ਆਦਿ ਨੇ ਸੂਬੇ ਦੇ ਕੰਨ ਭਰੇ ਕਿ ਸਿੰਘਾਂ ਨੂੰ ਇੱਕੋ ਵਾਰੀ ਖਤਮ ਕਰਨ ਦਾ ਇਹ ਚੰਗਾ ਮੌਕਾ ਹੈ। ਲਾਹੌਰ ਦੇ ਸੂਬੇ ਨੇ ਵੀ ਇਹ ਗੱਲ ਜੱਚ ਗਈ ਤੇ ਉਸਨੇ ਆਖਿਆ ਕਿ ਇਹ ਵਿਉਂਤ ਕੀਤੀ ਕਿ ਜੁੜੇ ਖਾਲਸੇ ਨੂੰ ਦੀਵਾਲੀ ਵਾਲੀ ਰਾਤ ਘੇਰ ਕੇ ਤੋਪਾਂ ਨਾਲ ਉਡਾ ਦਿੱਤਾ ਜਾਵੇ। ਜ਼ਕਰੀਆ ਖਾਨ ਦੀ ਇਹ ਚਾਲ ਸੀ ਕਿ ਦੀਵਾਨ ਲਖਪਤ ਰਾਏ ਭਾਰੀ ਫੌਜ ਲੈ ਕੇ ਉੱਥੇ ਜਾਵੇ ਤੇ ਸਿੱਖਾਂ ਦੀ ਕਤਲੇਆਮ ਕੀਤੀ ਜਾਵੇ। ਉੱਧਰ ਸੂਬਾ ਇਹ ਸਾਜ਼ਿਸ਼ ਕਰ ਰਿਹਾ ਸੀ, ਇੱਧਰ ਸਿੰਘ ਵੀ ਅਜਾਣੇ ਨਹੀਂ ਸਨ। ਇਸ ਸਾਜ਼ਿਸ਼ ਦਾ ਸਮਾਚਾਰ ਲਾਹੌਰੀ ਸਿੰਘਾਂ ਨੇ ਸੂਹੇ ਦੁਆਰਾ ਭਾਈ ਮਨੀ ਸਿੰਘ ਜੀ ਤੱਕ ਪਹੁੰਚਾ ਦਿੱਤਾ। ਭਾਈ ਮਨੀ ਸਿੰਘ ਜੀ ਨੇ ਉਸ ਸਮੇਂ ਦੂਰ ਦੁਰਾਡੇ ਸਿੰਘਾਂ ਨੂੰ ਸੁਨੇਹੇ ਤੇ ਚਿੱਠੀਆਂ ਰਾਹੀਂ ਦੀਵਾਲੀ ਦੇ ਮੇਲੇ ਤੇ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ ਤੇ ਦੱਸ ਵੀ ਦਿੱਤਾ ਕਿ ਸੂਬੇ ਦੀ ਨੀਅਤ ਠੀਕ ਨਹੀਂ। ਦੀਵਾਲੀ ਦਾ ਸਮਾਂ ਆ ਗਿਆ। ਜਿਨ੍ਹਾਂ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਦੀ ਚਿੱਠੀਆਂ ਜਾਂ ਸੁਨੇਹੇ ਨਹੀਂ ਅੱਪੜੇ ਉਹ ਦਰਸ਼ਨਾਂ ਲਈ ਆ ਪਹੁੰਚੇ। ਚਾਲ ਅਨੁਸਾਰ ਲਖਪਤ ਰਾਏ ਨੇ ਹਮਲਾ ਕੀਤਾ, ਦੀਵਾਨ ਨਾ ਲੱਗ ਸਕਿਆ। ਕਈ ਇਸ਼ਨਾਨ ਕਰਕੇ ਨਿਕਲਦੇ ਹੀ ਪ੍ਰਕਰਮਾਂ ਵਿੱਚ ਸ਼ਹੀਦ ਕਰ ਦਿੱਤੇ ਗਏ। ਭਾਈ ਮਨੀ ਸਿੰਘ ਜੀ ਨੇ ਰੋਸ ਮਨਾਇਆ ਤੇ ਹਕੂਮਤ ਦੇ ਕਰਮਚਾਰੀਆਂ ਕੋਲ ਸਾਜ਼ਿਸ਼ ਤੇ ਕਤਲੇਆਮ ਦੀ ਨਿਖੇਧੀ ਕਰ ਭੇਜੀ, ਪਰ ਉਲਟਾ ਜ਼ਕਰੀਆ ਖਾਨ ਨੇ 10,000 ਟਕੇ ਦੀ ਮੰਗ ਕੀਤੀ। ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਇਕੱਠ ਤਾਂ ਹੋ ਨਹੀਂ ਸਕਿਆ, ਰੁਪਏ ਕਿਸ ਗੱਲ ਦੇ।
ਭਾਈ ਮਨੀ ਸਿੰਘ ਜੀ ਨੂੰ ਬਾਕੀ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਤੇ ਉਹਨਾਂ ਚੰਡਾਲ ਮੁਖਬਰੀਆਂ ਨੇ ਕਾਜੀ ਨੂੰ ਤੇ ਸੂਬੇ ਨੂੰ ਭੜਕਾਇਆ ਕਿ ਸਿੰਘਾਂ ਦਾ ਸਰਦਾਰ ਭਾਈ ਮਨੀ ਸਿੰਘ ਤੂੰ ਆਪਣੀ ਬੁੱਕਲ ਵਿੱਚ ਸੱਪ ਪਾਲ ਰਿਹਾ ਹੈ। ਤੇਰਾ ਭਲਾ ਇਸ ਵਿੱਚ ਹੈ ਕਿ ਇਸ ਨੂੰ ਮੁਸਲਮਾਨ ਬਣਾਇਆ ਜਾਵੇ ਜਾਂ ਫਿਰ ਖਤਮ ਕਰ ਦਿੱਤਾ ਜਾਵੇ। ਜ਼ਕਰੀਆ ਖਾਨ ਦੇ ਸਾਹਮਣੇ ਭਾਈ ਮਨੀ ਸਿੰਘ ਜੀ ਨੂੰ ਸਿੰਘਾਂ ਦੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਬੰਦ ਕੱਟਣ ਦੀ ਸਜ਼ਾ ਸੁਣਾਈ ਗਈ। ਹੁਣ ਭਾਈ ਮਨੀ ਸਿੰਘ ਜੀ ਤੇ ਨਾਲ ਦੇ ਹੋਰ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਲਿਆਂਦਾ ਗਿਆ ਤਾਂ ਜੋ ਸਾਰੇ ਸਿੰਘਾਂ ਦੀਆਂ ਸਜ਼ਾਵਾਂ ਨੂੰ ਦੇਖ ਸਕਣ। ਭਾਈ ਮਨੀ ਸਿੰਘ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਜਿੱਥੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦਗੰਜ ਦੂਸਰਾ ਬਣਿਆ ਹੋਇਆ ਹੈ। ਭਾਈ ਸਾਹਿਬ ਦੀ ਸ਼ਹਾਦਤ ਨੇ ਹਰ ਸਿੱਖ ਨੂੰ ਗੁੱਸੇ ਵਿੱਚ ਤੇ ਜੋਸ਼ ਵਿੱਚ ਲੈ ਆਂਦਾ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਹੈ, ਉੱਥੇ ਹੈਂਕੜਬਾਜ਼ ਜ਼ਾਲਮ ਨੂੰ ਵੀ ਬਖਸ਼ਦੀ ਨਹੀਂ। ਜਿੰਨੀਆਂ ਵੀ ਸ਼ਹੀਦੀਆਂ ਹੋਈਆਂ, ਉਹਨਾਂ ਦਾ ਬਦਲਾ ਲਏ ਬਿਨਾਂ ਖਾਲਸਾ ਟਲਿਆ ਨਹੀਂ। ਇਸ ਲਈ ਭਾਈ ਮਨੀ ਸਿੰਘ ਦੀ ਸ਼ਹੀਦੀ ਉਪਰੰਤ ਵੀ ਇਹ ਜ਼ਰੂਰ ਸੀ ਕਿ ਜਿਨ੍ਹਾਂ ਹਥਿਆਰਿਆਂ ਦਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵਿੱਚ ਹੱਥ ਸੀ, ਉਹਨਾਂ ਨੂੰ ਪਾਰ ਬੁਲਾਇਆ ਜਾਵੇ। ਬੰਦ ਕੱਟਣ ਦੀ ਸਜ਼ਾ ਅਬਦੁਲ ਰਜ਼ਾਕ ਦੀ ਨਿਗਰਾਨੀ ਵਿੱਚ ਭੁਗਤਾਈ ਗਈ ਤੇ ਨਾਲੇ ਭਾਈ ਸਾਹਿਬ ਦੀ ਗ੍ਰਿਫਤਾਰੀ ਵੇਲੇ ਲਖਪਤ ਨਾਲ ਸੀ। ਸਿੰਘਾਂ ਨੇ ਪਿੱਛੋਂ ਸਮਾਂ ਪਾ ਕੇ ਕਾਜੀ ਦੇ ਪਿੰਡ ਅਲੀਗੜ੍ਹ ਨੂੰ ਉਜਾੜ ਕੇ ਉਸ ਦਾ ਨਾਮ ਅਕਾਲਗੜ੍ਹ ਰੱਖਿਆ ਤੇ ਕਾਜੀ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਅਬਦੁਲ ਸਮਦ ਖਾਨ, ਜਿਸ ਨੂੰ ਸਮਦ ਖਾਨ ਯੂਸਫ ਜਈ ਕਰਕੇ ਵੀ ਬੁਲਾਇਆ ਜਾਂਦਾ ਸੀ, ਜਿਸ ਨੇ ਭਾਈ ਸਾਹਿਬ ਨੂੰ ਭਾਰੀ ਕਸ਼ਟ ਦਿੱਤੇ ਸਨ, ਉੱਥੇ ਵੀ ਸਿੰਘਾਂ ਨੇ ਉਹਨੂੰ ਪਕੜ ਕੇ ਰੱਸਿਆਂ ਨਾਲ ਜਕੜ ਕੇ ਘੋੜਿਆਂ ਨਾਲ ਬੰਨ੍ਹ ਕੇ ਉਸ ਨੂੰ ਖੂਬ ਦੌੜਾਇਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਮਦ ਖਾਨ ਦੀ ਮੌਤ ਵੇਖ ਕੇ ਦੂਜੇ ਅਪਰਾਧੀ ਜ਼ਕਰੀਆ ਖਾਨ ਨੂੰ ਸਮਝ ਪੈ ਗਈ ਕਿ ਖਾਲਸਾ ਇੱਕ ਦਿਨ ਉਸ ਦਾ ਵੀ ਇਹੋ ਹਾਲ ਕਰੇਗਾ, ਤਾਂ ਉਸ ਨੇ ਆਪਣੇ ਕਿਲੇ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਸਿੰਘਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਸ ਨੂੰ ਮਾਰ ਦਿੱਤਾ ਜਾਏ, ਪਰ ਉਹ ਕਾਮਯਾਬ ਨਾ ਹੋ ਸਕੀ। ਸੋ ਸਿੰਘਾਂ ਦੀ ਦਿਲੀ ਇੱਛਾ ਪੂਰੀ ਨਾ ਹੋ ਸਕੀ ਤੇ ਅੰਤ ਦੇ ਪਾਪੀ ਜ਼ਕਰੀਆ ਖਾਨ 1745 ਈਸਵੀ ਨੂੰ ਸ਼ਹੀਦ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ 'ਤੇ ਮਰਵਾ ਕੇ ਆਪਣੇ ਕਰਮਾਂ ਦਾ ਫਲ ਭੋਗ ਕੇ ਮਰਿਆ ਸੀ। ਤੋ ਭਾਈ ਮਨੀ ਸਿੰਘ ਜੀ ਦਾ ਇਹ ਸਮੁੱਚਾ ਜੀਵਨ ਇੱਕ ਅਦੁੱਤੀ ਤੇ ਅਮੋਲਕ ਵਿਰਸਾ ਹੈ। ਇਹਨਾਂ ਦੇ ਚਰਿੱਤਰ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਸੀ। ਉਹ ਸਿਰਫ ਉਹਨਾਂ ਨੇ ਕੁਰਬਾਨੀ ਹੀ ਨਹੀਂ ਕੀਤੀ, ਆਪਣਾ ਪੂਰਾ ਪਰਿਵਾਰ ਉਹਨਾਂ ਨੇ ਆਪਣਾ ਪੂਰੀ ਜ਼ਿੰਦਗੀ ਗੁਰੂ ਦੇ ਲੇਖੇ ਹੀ ਲਗਾਈ। ਉਹਨਾਂ ਦੇ ਭਰਾਵਾਂ, ਪੁੱਤਰਾਂ ਤੇ ਪੋਤਰਿਆਂ ਦੀ ਸ਼ਹੀਦੀ ਇਸ ਗੱਲ ਦੀ ਗਵਾਹ ਹੈ ਕਿ ਉਹਨਾਂ ਦਾ ਸਾਰਾ ਖਾਨਦਾਨ ਹੀ ਗੁਰੂ ਘਰ ਦਾ ਸ਼ਰਧਾਲੂ ਤੇ ਸ਼ਹੀਦ ਹੋਇਆ ਹੈ। ਸੋ ਐਸੇ ਮਹਾਨ ਯੋਧੇ ਭਾਈ ਮਨੀ ਸਿੰਘ ਜੀ, ਜੋ ਇੱਕ ਸਫਲ ਪ੍ਰਬੰਧਕ ਤੇ ਸਫਲ ਆਗੂ ਵੀ ਸਨ, ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਕੀਤੀ ਤੇ ਬਹੁਪੱਖੀ ਸ਼ਖਸੀਅਤ ਦੇ ਉਹ ਮਾਲਕ ਸਨ, ਤਾਂ ਆਪਾਂ ਨੂੰ ਵੀ ਉਹਨਾਂ ਦੀ ਸ਼ਹੀਦੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਉਹਨਾਂ ਦੀ ਜੋ ਉਹਨਾਂ ਦਾ ਜੀਵਨ ਸੀ, ਨਿਤ ਦੀ ਕਿਰਿਆ ਉਹ ਕਰਦੇ ਸਨ, ਆਪਾਂ ਵੀ ਉਸ ਅਨੁਸਾਰ ਚੱਲ ਕੇ ਆਪਣਾ ਜੀਵਨ ਉੱਚਾ ਸੁੱਚਾ ਕਰ ਸਕੀਏ ਤੇ ਆਪਣਾ ਜੀਵਨ ਗੁਰੂ ਪੰਥ ਦੇ ਲੇਖੇ ਲਗਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।